ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਪਿਆਰੇ ਬੱਚਿਓ, ਅੱਜ ਅਸੀਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਅਤੇ ਸੁੰਦਰ ਲਿਖਾਈ ਬਾਰੇ ਗੱਲ ਕਰਾਂਗੇ। ਅਸੀਂ ਸੁੰਦਰ ਲਿਖਾਈ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਮਾਂ ਬੋਲੀ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਹੈ। ਸਿੱਖਿਆ ਸ਼ਖਸੀਅਤ ਉਸਾਰੀ ਦੀ ਬੁਨਿਆਦ ਹੈ। ਸਿੱਖਿਆ ਦਾ ਸੰਬੰਧ ਮਨੁੱਖ ਦੀਆਂ ਬਹੁਤ ਸਾਰੀਆਂ ਯੋਗਤਾਵਾਂ ਦੇ ਨਾਲ। ਵਿਦਿਆਰਥੀ ਸਾਡੇ ਭਵਿੱਖ ਦੀ ਉਮੀਦ ਹਨ। ਸਾਡਾ ਭਵਿੱਖ ਵਰਤਮਾਨ ਦੀ ਨੀਂਹ ਤੇ ਉਸਾਰਿਆ ਜਾਂਦਾ ਹੈ। ਇਹ ਸਭ ਲਈ ਅਧਿਆਪਕ ਦਾ ਚੇਤਨ ਹੋਣਾ ਬਹੁਤ ਜ਼ਰੂਰੀ ਹੈ। ਅਧਿਆਪਕ ਨੂੰ ਵਿਦਿਆਰਥੀਆਂ ਦੇ ਗੁਣਾਂ ਨੂੰ ਉਭਾਰ ਕੇ ਉਹਨਾਂ ਦਾ ਵਿਕਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ। ਸਭਿਅਤਾ ਦੇ ਵਿਕਾਸ ਨਾਲ ਮਨੁੱਖ ਵਿੱਚ ਸ਼ਬਦਾਂ ਦੀ ਸਾਂਝ ਬਣੀ, ਫਿਰ ਲਿਪੀ ਬਣੀ ਅਤੇ ਆਪਸੀ ਭਾਈਚਾਰਾ ਕਾਇਮ ਹੋਇਆ। ਅੱਜ ਵਿਸ਼ਵੀਕਰਨ ਦੀ ਪ੍ਰਕਿਰਿਆ ਜਾਰੀ ਹੈ। ਇੱਥੇ ਹਰ ਬੱਚੇ ਦੇ ਬਹੁਤ ਵਿਕਾਸ ਦੀ ਲੋੜ ਹੈ। ਇਹ ਲੋੜ ਮਹਿਸੂਸ ਵੀ ਕੀਤੀ ਜਾਂਦੀ ਹੈ। ਅੱਜ ਸਾਰੇ ਜਹਾਨ ਭਰ ਵਿੱਚ ਮਾਂ ਬੋਲੀ ਦੇ ਮਹੱਤਵ ਤੇ ਗੱਲਾਂ ਹੋ ਰਹੀਆਂ। ਮਾਂ ਬੋਲੀ ਤੋਂ ਵੱਖ ਹੋ ਕੇ ਜ਼ਿੰਦਗੀ ਮਾਣਨ ਦੀ ਸ਼ਿੱਦਤ ਖਤਮ ਹੋ ਰਹੀ ਹੈ। ਜ਼ਿਹਨੀ ਵਿਕਾਸ ਵਿੱਚ ਖੜੋਤ ਆ ਜਾਂਦੀ ਹੈ। ਆਪਾਂ ਤੋਤੇ ਦੀ ਗੱਲ ਹੀ ਲੈ ਲਈਏ ਕਿ ਉਹ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿਖਾ ਦਿਓ, ਜਦੋਂ ਖੁਸ਼ ਹੋਵੇਗਾ ਜਾਂ ਗਮੀ 'ਚ ਹੋਵੇਗਾ ਤਾਂ ਆਪਣੀ ਸੁਭਾਵਿਕ ਬੋਲੀ ਹੀ ਬੋਲੇਗਾ। ਮਾਂ ਬੋਲੀ ਦਾ ਬੱਚੇ ਦਾ ਸਰੀਰਕ ਹੀ ਨਹੀਂ, ਮਾਨਸਿਕ ਵਿਕਾਸ ਵੀ ਕਰਾਉਂਦੀ ਹੈ। ਬੱਚੇ ਦਾ ਸੁਤੇ ਸਿੱਧ ਸਰਵਪੱਖੀ ਵਿਕਾਸ ਹੋ ਜਾਂਦਾ ਹੈ। ਮਾਂ ਬੋਲੀ ਹੀ ਦੂਸਰੀਆਂ ਭਾਸ਼ਾਵਾਂ ਤੇ ਵੱਖ-ਵੱਖ ਵਿਸ਼ਿਆਂ ਨੂੰ ਸਿੱਖਣ ਦੀ ਪੂਰਨਤਾ ਨਾਲ ਬੁਨਿਆਦ ਹੈ। ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾ ਜਿੰਨਾ ਮਾਂ ਬੋਲੀ ਰਾਹੀਂ ਕਰ ਸਕਦੇ ਹਾਂ, ਆਪਣੀ ਸੋਚਣ ਸ਼ਕਤੀ ਦੀ ਸਮਰੱਥਾ ਵਿੱਚ ਵਾਧਾ ਕਰ ਸਕਦੇ ਹਾਂ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ। ਉਨੀ ਪਰਿਪੱਕਤਾ ਹੀ ਨਹੀਂ ਆਉਂਦੀ। ਮਾਂ ਬੋਲੀ ਬੱਚਿਆਂ ਅੰਦਰ ਛੁਪੀਆਂ ਹੋਈਆਂ ਕਲਾਤਮਕ ਪ੍ਰਗਟਾਵਾਂ ਨੂੰ ਬਾਹਰ ਕੱਢਦੀ ਹੈ। ਕਲਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਦੀ ਹੈ। ਉਹਨਾਂ ਵਿੱਚ ਸਿਰਜਣਾਤਮਕਤਾ ਦੀ ਸਮਰੱਥਾ ਪੈਦਾ ਕਰਦੀ ਹੈ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ, ਜਿਹੜੀ ਸੰਸਾਰ ਦੀਆਂ ਪੁਰਾਤਨ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਨੂੰ ਰਿਸ਼ੀਆਂ ਮੁਨੀਆਂ, ਨਾਥਾਂ ਜੋਗੀਆਂ, ਪੀਰਾਂ ਫਕੀਰਾਂ, ਸੂਫੀ ਸੰਤਾਂ ਤੇ ਗੁਰੂਆਂ ਦਾ ਆਸ਼ੀਰਵਾਦ ਹਾਸਲ ਹੈ। ਇਸ ਲਈ ਹਰ ਪੰਜਾਬੀ ਦਾ ਫਰਜ਼ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੀ ਬਿਹਤਰ ਤਰੱਕੀ ਲਈ ਸ਼ੁੱਧ ਪੰਜਾਬੀ ਆਪ ਵੀ ਬੋਲੇ, ਆਪ ਵੀ ਪੜ੍ਹੇ ਲਿਖੇ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੇ। ਪੰਜਾਬੀ ਤਾਂ ਇੰਨੀ ਜ਼ਰੂਰੀ ਹੈ ਜਿੰਨਾ ਸਾਡੇ ਲਈ ਜੀਵਨ। ਪੰਜਾਬੀ ਅਧਿਆਪਕ ਲਈ ਤਾਂ ਇਹ ਹੋਰ ਵੀ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀ ਪੰਜਾਬੀ ਨਾਲ ਸਾਂਝ ਹੋਰ ਪੀੜ੍ਹੀ ਕਰੇ। ਉਹਨਾਂ ਦੇ ਰੋਸ਼ਨ ਭਵਿੱਖ ਲਈ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਸ਼ੁੱਧ ਬੋਲਣ, ਪੜ੍ਹਨ ਤੇ ਲਿਖਣ ਲਈ ਉਤਸ਼ਾਹਿਤ ਕਰੇ। ਇਹ ਮਾਂ ਬੋਲੀ ਹੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਭਾਸ਼ਾਵਾਂ ਸਿੱਖਣ 'ਚ ਸਹਾਈ ਹੋਣਾ ਹੈ। ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਉਤਪੰਨ ਕਰਨ ਲਈ ਉਹਨਾਂ ਦਾ ਮਾਰਗਦਰਸ਼ਨ ਕਰੇ। ਭਾਸ਼ਾ ਦੇ ਮੁੱਢਲੇ ਪੱਖਾਂ ਨੂੰ ਬੋਲਣ ਸੁਣਨ ਵੱਲ ਜਿਹੜਾ ਹੈ ਪੂਰੀ ਤਵੱਜੋ ਦੇਵੇ ਅਤੇ ਉਹਨਾਂ ਦੀ ਪੰਜਾਬੀ ਦੀ ਸੁੰਦਰ ਲਿਖਾਈ ਵਿੱਚ ਲਿਖਣ ਵੱਲ ਵਿਸ਼ੇਸ਼ ਤਵੱਜੋ ਦੇਵੇ। ਪੰਜਾਬੀ ਭਾਸ਼ਾ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਸੁਣਦੇ ਹਾਂ। ਪੰਜਾਬੀ ਅਧਿਆਪਕ ਦੀ ਬੜੀ ਜ਼ਿਆਦਾ ਲੋੜ ਹੈ। ਪੰਜਾਬੀ ਅਧਿਆਪਕ ਤੋਂ ਭਾਵ ਇੱਥੇ ਪੰਜਾਬ ਵਿੱਚ ਵਿਚਰਨ ਵਾਲਾ, ਪੰਜਾਬ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਜਿਸ ਨੇ ਸੁਚੱਜੇ ਮਨੁੱਖ ਦੇ ਗੁਣ ਪੈਦਾ ਕਰਨੇ ਆ, ਉਹਨਾਂ ਨੂੰ ਭਾਵਨਾਵਾਂ ਦੀ ਪੇਸ਼ਕਾਰੀ ਕਰਨੀ ਸਿਖਾਉਣੀ ਹੈ, ਉਹਨਾਂ ਵਿੱਚ ਕੋਮਲ ਕਲਾਵਾਂ ਜਿਹੜੀਆਂ ਨੇ ਉਹਨਾਂ ਨੂੰ ਉਤਪੰਨ ਕਰਨਾ ਹੈ ਤੇ ਸਿਰਜਣਾਤਮਾ ਦੇ ਸਿਖਰ ਵੱਲ ਉਹਨਾਂ ਨੂੰ ਲਿਜਾਣਾ ਹੈ। ਇਸ ਲਈ ਇਹ ਉਹਨਾਂ ਗੱਲਾਂ ਵੱਲ ਉਚੇਚਾ ਧਿਆਨ ਦੇ। ਇੱਕ ਅਧਿਆਪਕ ਲਈ ਮਾਂ ਬੋਲੀ ਦੀ ਮਹੱਤਤਾ ਬਹੁਤ ਜ਼ਿਆਦਾ। ਅਧਿਆਪਕ ਮਾਂ ਬੋਲੀ ਪ੍ਰਤੀ ਸਮਰਪਿਤ ਹੋਵੇ ਤੇ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇ। ਵਿਦਿਆਰਥੀਆਂ ਅੰਦਰ ਛੁਪੀਆਂ ਕਲਾਤਮਕ ਰੁਚੀਆਂ ਨੂੰ ਬਾਹਰ ਲਿਆਉਣ ਦੇ ਮਕਸਦ ਲਈ ਉਹਨਾਂ ਨੂੰ ਮਾਤ ਭਾਸ਼ਾ ਤੇ ਮਜ਼ਬੂਤ ਪਕੜ ਬਣਾਵੇ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਮੁੱਢਲੀ ਪ੍ਰਕਿਰਿਆ ਬੋਲਣਾ, ਭਾਸ਼ਾ ਦੇ ਸ਼ੁੱਧ ਉਚਾਰਨ ਤੋਂ ਜਾਣੂ ਕਰਾਉਂਦਿਆਂ ਹੋਇਆਂ ਅੱਖਰ ਗਿਆਨ ਰਾਹੀਂ ਭਾਸ਼ਾ ਦਾ ਸ਼ੁੱਧ ਉਚਾਰਨ ਕਰਵਾਏ। ਹਰ ਅੱਖਰ ਦੀ ਧੁਨੀ ਤੇ ਵਿਸ਼ੇਸ਼ ਤਵੱਜੋ ਦੇਵੇ। ਬੱਚਿਆਂ ਨੂੰ ਮਾਤ ਭਾਸ਼ਾ ਪੜ੍ਹਨ ਸਮੇਂ ਵੱਖ-ਵੱਖ ਗਤੀਵਿਧੀਆਂ ਰਾਹੀਂ ਉਹਨਾਂ ਨੂੰ ਸਹਿ ਵਿਦਿਅਕ ਸਰਗਰਮੀਆਂ ਰਾਹੀਂ ਅੱਖਰ, ਸ਼ਬਦ, ਵਾਕ, ਪੈਰਾ ਅਤੇ ਕਹਾਣੀ ਪੜ੍ਹਨ ਅਤੇ ਉਸ ਵਿਚਲੀ ਇਬਾਰਤ ਦਾ ਭਾਵ ਸਮਝਣ ਤੱਕ ਪਹੁੰਚਾਵੇ। ਵਿਦਿਆਰਥੀਆਂ ਦੀ ਪੜ੍ਹਨ ਸਮਝ ਅਨੁਸਾਰ ਉਹਨਾਂ ਦੀ ਵਰਗ ਵੰਡ ਕਰੇ। ਉਹਨਾਂ ਦਾ ਸਮਝ ਪੱਧਰ ਦੇਖਦੇ ਹੋਏ ਉਹਨਾਂ ਦਾ ਲਿਖਤੀ ਰਿਕਾਰਡ ਰੱਖੇ
ਅਤੇ ਜਿਵੇਂ ਜਿਵੇਂ ਵਿਦਿਆਰਥੀ ਭਾਸ਼ਾ ਨੂੰ ਸਮਝਣ ਵਿੱਚ ਨਿਪੁੰਨਤਾ ਹਾਸਲ ਕਰ ਰਿਹਾ ਹੈ, ਉਸ ਦੇ ਪੱਧਰ ਨੂੰ ਬਦਲਦਾ ਰਹੇ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਵੀ ਕਰਦਾ ਰਹੇ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬੀ ਦੀ ਬੋਲ ਲਿਖਤ, ਪੜ੍ਹਨ ਅਤੇ ਲਿਖਣ ਦੇ ਮੁਕਾਬਲੇ ਕਰਵਾ ਕੇ ਉਹਨਾਂ ਦੇ ਸ਼ੁੱਧ ਉਚਾਰਨ ਵੱਲ ਉਚੇਚਾ ਧਿਆਨ ਦੇਵੇ। ਨਾਸਕੀ ਧੁਨੀਆਂ, ਉਹ ਅੱਖਰ ਜਿਹੜੇ ਨੱਕ ਰਾਹੀਂ ਆਵਾਜ਼ ਪੈਦਾ ਕਰਦੇ ਆ, ਅਤੇ ਪੈਰ ਬਿੰਦੀ ਵਾਲੇ ਸ਼ਬਦਾਂ ਦੀ ਉਚਾਰਨ ਸ਼ੁੱਧਤਾ ਵੱਲ ਧਿਆਨ ਦੇਵੇ। ਬੱਚਿਆਂ ਦੇ ਮਨੋਵਿਗਿਆਨ ਅਨੁਸਾਰ ਉਹਨਾਂ ਨੂੰ ਕਿਰਿਆਵਾਂ ਦੇ ਆਧਾਰ ਤੇ ਸਿਖਲਾਈ ਦੇਵੇ। ਅਧਿਆਪਕ ਬੱਚਿਆਂ ਦੀ ਮਾਤ ਭਾਸ਼ਾ ਵਿੱਚ ਵੱਧ ਤੋਂ ਵੱਧ ਰੁਚੀ ਪੈਦਾ ਕਰਨ ਲਈ ਉਹਨਾਂ ਨੂੰ ਖੇਡ ਵਿਧੀ ਰਾਹੀਂ, ਸਹਾਇਕ ਸਮੱਗਰੀ ਰਾਹੀਂ, ਜਮਾਤੀ ਕਿਰਿਆਵਾਂ ਰਾਹੀਂ ਪੜ੍ਹਾਵੇ। ਬੱਚਿਆਂ ਨੂੰ ਪੜ੍ਹਨ ਵੱਲ ਰੁਚਿਤ ਕਰਨ ਲਈ ਵੱਧ ਤੋਂ ਵੱਧ ਬਾਲ ਸਾਹਿਤ, ਰਸਾਲੇ, ਅਖਬਾਰ, ਛੋਟੀਆਂ ਛੋਟੀਆਂ ਕਹਾਣੀਆਂ ਵਾਲੀਆਂ ਪੁਸਤਕਾਂ ਦਾ ਪ੍ਰਬੰਧ ਕਰੇ ਤੇ ਉਹਨਾਂ ਨੂੰ ਲਾਇਬ੍ਰੇਰੀ ਨਾਲ ਜੋੜਨ ਦਾ ਉਚੇਚਾ ਯਤਨ ਵੀ ਕਰੇ। ਅੱਜ ਕੱਲ੍ਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਮੁਹੱਈਆ ਕਰਵਾਈਆਂ ਗਈਆਂ ਸਹਾਇਕ ਸਮੱਗਰੀਆਂ ਦੀ ਭਰਪੂਰ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਸ਼ਬਦ ਨਾਲ ਜੋੜੇ, ਉਹਨਾਂ ਨੂੰ ਉਤਸ਼ਾਹਿਤ ਕਰੇ ਤੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇੱਕ ਮੰਚ ਵੀ ਮੁਹੱਈਆ ਕਰਾਵੇ। ਸਾਡੀ ਜਿਹੜੀ ਮਾਂ ਬੋਲੀ ਆ, ਇਹਦੀ ਮਿਠਾਸ, ਸਰਵ ਸੰਪੰਨ ਧੁਨੀ ਬੋਧ ਤੇ ਸੰਸਾਰ ਭਰ ਵਿੱਚ ਇਸ ਦੀ ਫੈਲ ਰਹੀ ਆਭਾਕਾਰ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਉਸ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਅਧਿਆਪਕਾਂ। ਕੁਦਰਤ ਸਾਨੂੰ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਮਾਣ ਬਖਸ਼ੇ ਤੇ ਅਸੀਂ ਇਹ ਗੱਲ ਗੱਜ ਵੱਜ ਕੇ ਕਹੀਏ ਕਿ ਸ਼ਾਲਾ ਵਧੇ ਫੁੱਲੇ ਕੋਈ ਪੰਜਾਬੀ ਕਿਵੇਂ ਭੁੱਲੇ। ਪੰਜਾਬੀ ਬੋਲਣ ਤੇ ਲਿਖਣ ਦਾ ਅਭਿਆਸ ਹੋਣਾ ਬੜਾ ਜ਼ਰੂਰੀ ਹੈ। ਭਾਸ਼ਾ ਦੀ ਸ਼ੁੱਧਤਾ ਜਿਹੜੀ ਆ, ਉਸ ਨੂੰ ਅਸੀਂ ਆਪਣੇ ਆਪ ਸਿੱਖ ਜਾਵਾਂਗੇ ਜੇਕਰ ਅਸੀਂ ਅਭਿਆਸ ਕਰਾਂਗੇ। ਜਦੋਂ ਅਸੀਂ ਪੜ੍ਹਨ ਲੱਗ ਪੈਂਦੇ ਹਾਂ, ਭਾਸ਼ਾ ਦੇ ਕੌਸ਼ਲ ਆ, ਇਸ ਕੌਸ਼ਲ ਨੂੰ ਅਸੀਂ ਸਿੱਖਣ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਸੁਣਨਾ, ਬੋਲਣਾ, ਪੜ੍ਹਨਾ ਤੇ ਫਿਰ ਲਿਖਣਾ, ਇਸ ਪਾਸੇ ਵੱਲ ਆਉਂਦੇ ਹਾਂ। ਜਦੋਂ ਅਸੀਂ ਲਿਖਣ ਦੇ ਪਾਸੇ ਜਾਂਦੇ ਤਾਂ ਕੁਝ ਵਿਸ਼ੇਸ਼ ਨੁਕਤੇ ਸਾਡੇ ਲਈ ਧਿਆਨ ਦੀ ਮੰਗ ਕਰਦੇ ਆ। ਤੁਸੀਂ ਦੇਖੋਗੇ ਕਿ ਸੁੰਦਰ ਲਿਖਾਈ ਜਿਹੜੀ ਆ, ਉਹ ਤੁਹਾਨੂੰ ਮਾਣ ਬਖਸ਼ਦੀ ਹੈ, ਤੁਹਾਡੀ ਇੱਕ ਪਹਿਚਾਣ ਬਣਾਉਂਦੀ ਹੈ। ਸੁੰਦਰ ਲਿਖਾਈ ਹਰ ਇੱਕ ਦਾ ਮਨ ਮੋਹਦੀ ਹੈ। ਮਨੁੱਖ ਦੀ ਸ਼ਖਸੀਅਤ ਦਾ ਪ੍ਰਭਾਵ ਉਸ ਦੀ ਲਿਖਤ ਵਿੱਚੋਂ ਝਲਕਦਾ। ਸਾਨੂੰ ਆਪਣੀ ਲਿਖਤ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪਣੇ 25 ਸਾਲ ਦੇ ਅਧਿਆਪਨ ਤਜਰਬੇ ਰਾਹੀਂ ਵਿਦਿਆਰਥੀਆਂ ਵੱਲੋਂ ਲਿਖਣ ਸਮੇਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਕਰ ਜਾਂਦੇ ਆ, ਉਹਨਾਂ ਨੂੰ ਨੁਕਤਿਆਂ ਨੂੰ ਪਕੜਿਆ ਤੇ ਤਕਨੀਕ ਪੱਖੋਂ ਇਹ ਵੇਖਿਆ ਵਿਦਿਆਰਥੀਆਂ ਦੇ ਸਿੱਖਣ ਢੰਗ ਨਾਲ ਸਿੱਖਣ ਪ੍ਰਕਿਰਿਆ ਦਾ ਵਧੇਰੇ ਡੂੰਘਾ ਸੰਬੰਧ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਆਪਣੇ ਤਜਰਬਿਆਂ ਨਾਲ, ਘਰੇਲੂ ਹਾਲਾਤਾਂ ਨੂੰ ਵੇਖਦਿਆਂ ਵੀ ਲਿਖਣ ਸਮੱਗਰੀ ਜਿਹੜੀ ਵੀ ਸਾਨੂੰ ਮਿਲਦੀ ਆ, ਉਸੇ ਨਾਲ ਹੀ ਅਭਿਆਸ ਕਰੀਏ। ਜੇ ਅਸੀਂ ਇਸੇ ਤਰ੍ਹਾਂ ਅਭਿਆਸ ਕਰਾਂਗੇ ਤਾਂ ਸਾਡੇ ਨੰਨੇ ਮੁੰਨੇ ਬਾਲ ਜਲਦੀ ਹੀ ਆਪਣੀ ਲਿਖਾਈ ਮੋਤੀਆਂ ਵਰਗੀ ਕਰ ਦਿੰਦੇ ਆ। ਸਿਰਫ ਅਭਿਆਸ ਤੇ ਕੁਝ ਕੁ ਨੁਕਤੇ, ਕੁਝ ਕੁ ਤਕਨੀਕਾਂ ਜੇ ਇਸ ਨੂੰ ਅਪਣਾ ਲਈਏ ਤਾਂ ਮੇਰਾ ਤਜਰਬਾ ਹੀ ਨਹੀਂ, ਮੇਰਾ ਦਾਅਵਾ ਵੀ ਹੈ ਕਿ ਤੁਹਾਡੀ ਸਾਰਿਆਂ ਦੀ ਲਿਖਾਈ ਬਹੁਤ ਸੁੰਦਰ ਹੋ ਜਾਏਗੀ। ਲਿਖਾਈ ਸੰਬੰਧੀ ਅਸੀਂ ਹੁਣ ਗੱਲਾਂ ਕਰਦੇ ਹੋਏ ਨਾਲ ਨਾਲ ਤੁਹਾਨੂੰ ਮੈਂ ਕੁਝ ਤਕਨੀਕਾਂ ਬਾਰੇ ਵੀ ਜ਼ਰੂਰ ਦੱਸਾਂਗਾ ਕਿ ਇਹ ਤਕਨੀਕਾਂ ਕਿਹੜੀਆਂ ਨੇ ਕਿ ਜਿਨ੍ਹਾਂ ਨਾਲ ਅਸੀਂ ਆਪਣੀ ਲਿਖਾਈ ਨੂੰ ਸੁੰਦਰ ਬਣਾ ਸਕਦੇ ਹਾਂ। ਆਓ ਜਾਣੀਏ ਕਿ ਇਹ ਕਿਹੜੀਆਂ ਕਿਹੜੀਆਂ ਤਕਨੀਕਾਂ ਨੇ। ਆਓ ਆਪਾਂ ਆਪਣੀ ਲਿਖਾਈ ਨੂੰ ਸੁੰਦਰ ਬਣਾਈਏ। ਮੈਂ ਅਕਸਰ ਇਹ ਗੱਲ ਕਹਿੰਦਾ। ਅਸੀਂ ਇਹ ਜਾਣਦੇ ਹਾਂ, ਪਹਿਲਾਂ ਵੀ ਗੱਲ ਕਰ ਲਈ ਹੈ, ਕਿ ਹਰ ਭਾਸ਼ਾ ਸਿੱਖਣ ਲਈ 4 ਮੁੱਢਲੇ ਪੜਾਅ ਹੁੰਦੇ ਨੇ। ਇਹਨਾਂ ਵਿੱਚੋਂ ਹਰ ਇੱਕ ਨੂੰ ਗੁਜ਼ਰਨਾ ਪੈਂਦਾ। ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਇਹ ਚਾਰੋਂ ਹੀ ਤਰਤੀਬ ਅਨੁਸਾਰ ਚੱਲਦੇ ਆ। ਹਰ ਭਾਸ਼ਾ ਦੇ ਸ਼ਬਦਾਂ ਨੂੰ ਸੁਣਨ ਤੋਂ ਬਾਅਦ ਹੀ ਸਮਝਿਆ ਜਾਂਦਾ ਹੈ। ਦਿਮਾਗ ਆਪਣੀ ਯਾਦ ਕਰਨ ਦੀ ਸਮਰੱਥਾ ਦੇ ਅਨੁਸਾਰ ਸੁਣੇ ਹੋਏ ਸ਼ਬਦਾਂ ਨੂੰ ਸਾਂਭ ਲੈਂਦਾ। ਅਸੀਂ ਆਪਣੀ ਜ਼ਰੂਰਤ ਅਨੁਸਾਰ ਇਹਨਾਂ ਸ਼ਬਦਾਂ ਨੂੰ ਬੋਲਦੇ ਹਾਂ। ਆਦਿ ਕਾਲ ਵਿੱਚ ਸੁਣਨਾ ਤੇ ਬੋਲਣਾ 2 ਹੀ ਪ੍ਰਕਿਰਿਆਵਾਂ ਮਨੁੱਖੀ ਚੇਤਨਾ ਦੇ ਵਿਕਾਸ ਦਾ ਅੰਗ ਸੀ। ਸਭਿਅਤਾ ਦੀ ਤਰੱਕੀ ਹੋਣ ਦੇ ਨਾਲ ਲਿਖਣਾ ਤੇ ਪੜ੍ਹਨਾ ਸਿੱਖਿਆ ਗਿਆ। ਪਹਿਲਾਂ ਕੀ ਹੁੰਦਾ ਸੀ? ਲੋਕ ਜੰਗਲਾਂ 'ਚ ਰਹਿੰਦੇ ਸੀ, ਆਉਣਾ ਜਾਣਾ ਹੁੰਦਾ ਸੀ। ਰਸਤੇ ਭੁੱਲਣ ਦੇ ਡਰੋਂ ਉਹਨਾਂ ਨੇ ਦਰਖਤਾਂ ਤੇ ਨਿਸ਼ਾਨੀਆਂ, ਪੱਥਰ ਤੇ ਨਿਸ਼ਾਨੀਆਂ, ਰਸਤਿਆਂ ਤੇ ਕੋਈ ਨਾ ਕੋਈ ਨਿਸ਼ਾਨੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਰਸਤੇ ਵਿੱਚ ਕੋਈ ਡਰ ਵਾਲੀ ਵਸਤੂ, ਜੰਗਲੀ ਜਾਨਵਰ ਆ ਤਾਂ ਉਹਨਾਂ ਦਾ ਚਿੱਤਰ ਬਣਾਉਣਾ ਸ਼ੁਰੂ ਕਰਤਾ। ਉਹ ਵਿੰਗੇ ਟੇਢੇ ਚਿੱਤਰ, ਉਹ ਵਿੰਗੀਆਂ ਟੇਢੀਆਂ ਨਿਸ਼ਾਨੀਆਂ ਹੌਲੀ ਹੌਲੀ ਚਿੱਤਰ ਲਿਪੀ ਦਾ ਰੂਪ ਧਾਰਨ ਕਰਦੀਆਂ। ਸਮਾਂ ਬਦਲਦਾ ਗਿਆ,
ਤਾਂ ਉਹ ਚਿੱਤਰ ਲਿਪੀ ਜਿਹੜੀ ਆ ਉਹ ਅੱਖਰਾਂ ਦੇ ਵਿੱਚ ਤਬਦੀਲ ਹੁੰਦੀ ਗਈ। ਅੱਖਰ ਸਮੇਂ ਦੇ ਨਾਲ ਬਦਲਦੀ ਜਦੋਂ ਤੱਕ ਛਾਪਾਖਾਨਾ ਹੋਂਦ ਵਿੱਚ ਨਹੀਂ ਆਇਆ, ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਗਈਆਂ। ਭਾਵੇਂ ਕਿ ਮੁੱਢਲੇ ਰੂਪ ਦੇ ਨਾਲ ਇਹ ਰੂਪ ਕੁਝ ਕੁ ਮਿਲਦਾ, ਪਰ ਫਿਰ ਵੀ ਅੱਖਰਾਂ 'ਚ ਤਬਦੀਲੀ ਹੁੰਦੀ ਰਹੀ। ਛਾਪੇਖਾਨੇ ਦੀ ਖੋਜ ਨੇ ਇੱਕ ਮਿਆਰੀ ਸਟੈਂਡਰਡ ਰੂਪ ਦੇ ਦਿੱਤਾ। ਅੱਖਰ ਦੀ ਬਣਤਰ ਛਾਪੇਖਾਨੇ ਵਾਲੀ ਸਾਡੀ ਹੁਣ ਬਣਨੀ ਸ਼ੁਰੂ ਹੋ ਗਈ ਹੈ। ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਲਿਖਦੇ ਹਾਂ ਤਾਂ ਸਾਡੀ ਬਣਤਰ ਜਿਹੜੀ ਉਹ ਠੀਕ ਹੋਣੀ ਚਾਹੀਦੀ ਹੈ। ਮੌਜੂਦਾ ਸਮੇਂ ਵਿੱਚ ਲਿਖਣਾ ਤੇ ਪੜ੍ਹਨਾ, ਇਸ ਨੂੰ ਦੋਨਾਂ ਪੜਾਵਾਂ ਨੂੰ ਅੱਗੜ ਪਿਛੜ ਕਰ ਦਿੱਤਾ। ਹੁਣ ਪਹਿਲਾਂ ਪੜ੍ਹਾਇਆ ਜਾਂਦਾ ਤੇ ਫਿਰ ਲਿਖਣਾ ਸਿਖਾਇਆ ਜਾਂਦਾ। ਭਾਸ਼ਾ ਦਾ ਸ਼ੁੱਧ ਉਚਾਰਨ ਮਹੱਤਵਪੂਰਨ ਕਰਤਾ। ਹਰ ਭਾਸ਼ਾ ਦੀਆਂ ਬਹੁਤ ਸਾਰੀਆਂ ਉਪਬੋਲੀਆਂ, ਪਰ ਉਸਦੀ ਇੱਕ ਕੇਂਦਰੀ ਭਾਸ਼ਾ ਵੀ ਮੰਨੀ ਗਈ ਹੈ, ਜਿਸ ਦਾ ਪ੍ਰਤੱਖ ਪ੍ਰਭਾਵ ਜਿਹੜਾ ਹੈ ਭਾਸ਼ਾ ਦੀ ਉੱਨਤੀ ਤੇ ਉਗੜਦਾ। ਜੇ ਕਿਸੇ ਭਾਸ਼ਾ ਨੂੰ ਸਹੀ ਢੰਗ ਨਾਲ ਸੁਣਨਾ, ਬੋਲਣਾ, ਪੜ੍ਹਨਾ ਆ ਜਾਵੇ ਤਾਂ ਫਿਰ ਹੀ ਉਸ ਦੀ ਲਿਖਣ ਪ੍ਰਕਿਰਿਆ ਵੱਲ ਵਧਣਾ ਚਾਹੀਦਾ। ਹਰ ਭਾਸ਼ਾ ਨੂੰ ਲਿਖਣ ਲਈ ਜਿਹੜੇ ਵਿਸ਼ੇਸ਼ ਚਿੰਨ੍ਹ ਬਣੇ ਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਚਿੱਤਰ ਲਿਪੀ ਬਣ ਗਈ, ਤਾਂ ਜਿਹੜੇ ਉਹ ਚਿੰਨ੍ਹ ਨੇ ਉਹੀ ਭਾਸ਼ਾ ਦੇ ਪ੍ਰਮਾਣਕ ਅੱਖਰ ਕਹਿਲਾਉਂਦੇ ਆ। ਇਹਨਾਂ ਅੱਖਰਾਂ ਤੋਂ ਸ਼ਬਦ ਬਣਦੇ ਆ, ਸ਼ਬਦਾਂ ਦੇ ਮੇਲ ਮਿਲਾਪ ਤੋਂ ਵਾਕ ਬਣਦੇ ਆ, ਤੇ ਇਹਨਾਂ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਦਾ ਪ੍ਰਗਟਾਅ ਦੂਜੇ ਮਨੁੱਖ ਨਾਲ ਕਰਦਾ ਹੈ। ਜੋ ਵੀ ਬੋਲਿਆ ਜਾਂਦਾ ਉਸਦਾ ਮੂਲ ਭਾਵ ਉਸਦੇ ਵਿਚਾਰ ਲਈ ਜਦੋਂ ਲਿਖਤੀ ਰੂਪ 'ਚ ਸਾਹਮਣੇ ਆਉਂਦਾ ਤਾਂ ਉਹ ਇਬਾਰਤ ਭਾਸ਼ਾ ਦਾ ਲਿਖਤੀ ਰੂਪ ਹੋ ਨਿਬੜਦੀ ਹੈ। ਸੁਣੇ ਤੇ ਬੋਲੇ ਸ਼ਬਦਾਂ ਦਾ ਆਕਾਰ ਪ੍ਰਤੱਖ ਰੂਪ ਵਿੱਚ ਨਜ਼ਰ ਨਹੀਂ ਆਉਂਦਾ, ਪਰ ਲਿਖੇ ਹੋਏ ਸ਼ਬਦ ਸਦਾ ਸਾਂਭਣ ਯੋਗ ਬਣ ਜਾਂਦੇ ਆ। ਫਿਰ ਕਿਉਂ ਨਾ ਲਿਖਾਈ ਨੂੰ ਸੁੰਦਰ ਬਣਾਇਆ ਜਾਵੇ। ਹਰ ਭਾਸ਼ਾ ਨੂੰ ਲਿਖਣ ਲਈ ਵਿਸ਼ੇਸ਼ ਲਿਪੀ ਨਿਸ਼ਚਿਤ ਕੀਤੀ ਗਈ ਹੈ। ਹਰ ਲਿਪੀ ਦੇ ਅੱਖਰਾਂ ਦੀ ਗਿਣਤੀ ਤੇ ਬਣਤਰ ਉਸ ਭਾਸ਼ਾ ਦੇ ਵਿਦਵਾਨਾਂ ਵੱਲੋਂ ਪ੍ਰਮਾਣਿਤ ਹੁੰਦੀ ਹੈ। ਸਾਡੀ ਪੰਜਾਬੀ ਭਾਸ਼ਾ ਦੀ ਢੁਕਵੀਂ ਲਿਪੀ ਗੁਰਮੁਖੀ ਹੈ। ਇਹ ਗੁਰੂ ਕਾਲ ਤੋਂ ਪਹਿਲਾਂ ਦੀ ਹੋਂਦ ਵਿੱਚ ਆਈ ਹੈ, ਪਰ ਗੁਰੂ ਅੰਗਦ ਦੇਵ ਜੀ ਵੱਲੋਂ ਇਸ ਲਿਪੀ ਨੂੰ ਤਰਤੀਬ ਦੇਣ ਤੇ ਢੁਕਵੇਂ ਰੂਪ ਵਿੱਚ ਪੇਸ਼ ਕਰਨ ਤੇ ਇਸ ਦਾ ਨਾਮ ਗੁਰਮੁਖੀ ਲਿਪੀ ਪੈ ਗਿਆ ਤੇ ਇਹ ਲਿਪੀ ਦਾ ਨਾਮ ਪ੍ਰਚਲਿਤ ਹੋ ਗਿਆ। ਬਾਬਾ ਫਰੀਦ ਜੀ ਦੀ ਬਾਣੀ 1173 ਵਿੱਚ ਉਹਨਾਂ ਦਾ ਜਨਮ ਹੋਇਆ, ਤਾਂ 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਸੀ। ਉਦੋਂ ਪਹਿਲਾਂ ਗੋਰਖਨਾਥ, ਚਰਪਟਨਾਥ, ਸਿੱਧਾਂ ਦੀ ਬਾਣੀ, ਜੋਗੀਆਂ ਦੀ ਬਾਣੀ, ਇਹ ਸਾਰੀ ਜਿਹੜੀ ਆ ਪੰਜਾਬੀ ਲਿਪੀ ਵਿੱਚ ਸੀ, ਜਿਹਨੂੰ ਅਸੀਂ ਹੁਣ ਗੁਰਮੁਖੀ ਲਿਪੀ ਕਹਿੰਦੇ ਹਾਂ। ਪੰਜਾਬੀ ਲਿਪੀ ਦੇ ਇਸ ਗੁਰਮੁਖੀ ਲਿਪੀ ਦੇ ਜਿਹੜੇ ਸ਼ਬਦ ਆ ਸ਼ਾਰਦਾ, ਟਾਕਰੀ, ਬ੍ਰਹਮੀ ਲਿਪੀ ਨਾਲ ਬਹੁਤ ਮਿਲਦੇ ਜੁਲਦੇ ਆ। ਇਹਨਾਂ ਵਿੱਚ ਬਹੁਤ ਸਾਰੇ ਸ਼ਬਦ ਆ। ਗੁਰਮੁਖੀ ਲਿਪੀ ਇੱਕ ਵਿਗਿਆਨਕ ਲਿਪੀ ਹੈ। ਧੁਨੀ ਪ੍ਰਗਟਾ ਸਮੇਂ ਇਸ ਦਾ ਹਰ ਅੱਖਰ ਸੁਤੰਤਰ ਆਵਾਜ਼ ਕੱਢਦਾ ਹੈ। ਇਸ ਦੇ 35 ਅੱਖਰ ਆ। ਦੂਜੀਆਂ ਭਾਸ਼ਾਵਾਂ ਤੇ ਹੋਰ ਭੂਗੋਲਿਕ ਖਿੱਤਿਆਂ ਦੇ ਮੌਖਿਕ ਪ੍ਰਗਟਾਵੇ ਦੇ ਵਖਰੇਵੇਂ ਕਾਰਨ ਬਾਹਰਲੀਆਂ ਬੋਲੀਆਂ ਦੇ ਧੁਨੀ, ਜਿਹੜੀਆਂ ਬਾਹਰਲੀਆਂ ਬੋਲੀਆਂ ਸੀ, ਇਹਨਾਂ ਦੀ ਵੱਖ-ਵੱਖ ਧੁਨੀ ਸੀ। ਇਹਨਾਂ ਧੁਨੀ ਦੇ ਪ੍ਰਗਟਾਵੇ ਲਈ 6 ਬਿੰਦੀ ਵਾਲੇ ਅੱਖਰ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ। ਕਿਹੜੀਆਂ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਹੋਰ ਜੋੜੇ ਗਏ ਆ। ਇਹਦੇ ਵਿੱਚ ਵੀ ਗੱਲ ਹੈ ਕਿ ਪਹਿਲਾਂ 5 ਪਹਿਲੇ ਜੋੜੇ ਗਏ ਸੀ ਫੱਫੇ ਪੈਰ ਬਿੰਦੀ ਤੱਕ। ਪੈਪਸੂ ਰਾਜ ਵੇਲੇ ਲੱਲੇ ਪੈਰ ਬਿੰਦੀ ਲਾ ਕੇ ਧੁਨੀ ਉਚਾਰਨ ਹੋਰ ਸਪਸ਼ਟ ਕਰਨ ਲਈ ਇਸ ਨੂੰ ਜੋੜਿਆ ਗਿਆ। ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ 'ਚ ਲਿਖਣ ਲਈ ਕੁਝ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ। ਇਹਨਾਂ ਗੱਲਾਂ ਬਾਰੇ ਆਪਾਂ ਚਰਚਾ ਕਰੀਏ ਕਿ ਕਿਹੜੀਆਂ ਨੇ। ਇਸ ਲਈ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਅਭਿਆਸ ਦੀ ਬਹੁਤ ਜ਼ਰੂਰਤ ਹੈ। ਅਭਿਆਸ ਕਰਨ ਨਾਲ ਲਿਖਾਈ ਸੁੰਦਰ ਬਣ ਜਾਂਦੀ ਹੈ। ਅਸੀਂ ਸਾਰੇ ਭਾਸ਼ਾ ਦੇ ਮੁੱਢਲੇ ਨੇਮ ਜਾਣਦੇ ਹਾਂ। ਕਈ ਵਾਰੀ ਕੀ ਕਰਦੇ ਅਸੀਂ ਬੇਧਿਆਨੀ ਵਿੱਚ ਗੱਲ ਨੂੰ ਸੁਣ ਕੇ ਕੰਨਾਂ ਤੋਂ ਕੱਢ ਦਿੰਦੇ ਹਾਂ, ਧਿਆਨ ਨਹੀਂ ਦਿੰਦੇ ਤੇ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਵਿਸ਼ੇਸ਼ ਹਦਾਇਤਾਂ ਜਿਹੜੀਆਂ ਉਹ ਜੇ ਅਸੀਂ ਪਾਲਣਾ ਨਹੀਂ ਕਰਦੇ ਤਾਂ ਇਹ ਮਾਮੂਲੀ ਦੀਆਂ ਗਲਤੀਆਂ ਅਸੀਂ ਕਰਦੇ ਜਾਂਦੇ ਹਾਂ, ਫਿਰ ਇਹ ਸਾਡੀ ਆਦਤ ਪੱਕ ਜਾਂਦੀ ਹੈ। ਜੇ ਅਸੀਂ ਅਭਿਆਸ ਕਰਾਂਗੇ ਤਾਂ ਸਾਡੀ ਇਹ ਕਮੀ ਸੁਧਰ ਜਾਏਗੀ। ਜਦੋਂ ਅਸੀਂ ਪਹਿਲਾਂ ਲਿਖਣ ਲੱਗਾਂਗੇ ਤਾਂ ਬਹੁਤ ਸਮਾਂ ਲੱਗ ਜਾਏਗਾ। ਅੱਖਰਾਂ ਦੀ ਬਣਤਰ ਨੂੰ ਵੀ ਦੇਖਣਾ ਹੁੰਦਾ। ਫਿਰ ਨਿਰੰਤਰ ਅਭਿਆਸ ਨਾਲ ਰਵਾਨੀ ਆ ਜਾਂਦੀ ਸਾਡੇ ਲਿਖਣ ਵਿੱਚ ਤੇ 1-2 ਹਫ਼ਤਿਆਂ ਵਿੱਚ ਹੀ ਅਸੀਂ ਅਭਿਆਸ ਦੇ ਨਾਲ ਆਪਣੀ ਲਿਖਾਈ ਸੁੰਦਰ ਬਣਾ ਲੈਂਦੇ ਹਾਂ। ਤਾਂ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਕੁਝ ਕੀ ਗੱਲਾਂ ਨੇ ਜਿਨ੍ਹਾਂ ਨਾਲ ਅਸੀਂ ਧਿਆਨ ਦੇਈਏ। ਲਿਖਾਈ ਲਿਖਣ ਦਾ ਕੰਮ ਕੋਈ ਔਖਾ ਨਹੀਂ ਹੈ। ਸਭ ਤੋਂ ਪਹਿਲਾਂ ਲਿਖਣ ਸਮੇਂ ਸਾਡੇ ਮਨ ਵਿੱਚ ਸਹਿਜਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਹਿਜਤਾ ਦਾ ਭਾਵ ਜਦੋਂ ਅਸੀਂ ਲਿਖਣਾ ਸਾਡੇ ਮਨ ਵਿੱਚ ਕਾਹਲ ਨਹੀਂ ਹੋਣੀ ਚਾਹੀਦੀ ਕਿ ਅਸੀਂ ਫਟਾਫਟ ਲਿਖ ਦੇਣਾ। ਅਸੀਂ ਹਰ ਅੱਖਰ ਦੀ ਬਣਤਰ ਨੂੰ ਧਿਆਨ ਦੇਣਾ। ਜਿੱਥੇ ਲੋੜ ਆ ਉੱਥੇ ਅੱਖਰ ਨੂੰ ਚੁੱਕ ਕੇ ਲਿਖਣਾ। ਜਿੱਥੇ ਲੋੜ ਆ ਉੱਥੇ ਅਸੀਂ ਦੁਹਰਾਈ ਕੁੰਡੀ ਬਣਾਉਣੀ ਆ। ਜਿੱਥੇ ਲੋੜ ਉੱਥੇ ਗੁਲਾਈ ਬਣਾਉਣੀ, ਨਹੀਂ ਤਾਂ ਨਹੀਂ।
ਫਿਰ ਅਸੀਂ ਕੀ ਕਰਨਾ, ਲਿਖਣ ਸਮੇਂ ਸਾਡੀ ਦ੍ਰਿਸ਼ਟੀ ਤੇ ਹੱਥ ਦੀ ਕਿਰਿਆ ਵਿੱਚ ਤਾਲਮੇਲ ਹੋਵੇ। ਇਹ ਨਾ ਹੋਵੇ ਕਿ ਅਸੀਂ ਦੇਖ ਕਿਤੇ ਹੋਰ ਰਹੀਏ ਤੇ ਲਿਖ ਕਿਤੇ ਹੋਰ ਰਹੀਏ। ਭਾਵ ਜਦੋਂ ਲਿਖਣਾ ਸਾਡਾ ਪੂਰਾ ਧਿਆਨ ਅੱਖਰ ਤੇ ਕੇਂਦਰਿਤ ਹੋਵੇ ਤਾਂ ਅਸੀਂ ਅੱਖਰ ਦੀ ਬਣਤਰ ਨੂੰ ਬਿਲਕੁਲ ਸਹੀ ਲਿਖ ਸਕਾਂਗੇ। ਫਿਰ ਅਸੀਂ ਅੱਖਰ ਨੂੰ ਕਿੱਥੋਂ ਸ਼ੁਰੂ ਕਰਨਾ ਤੇ ਕਿੱਥੇ ਖਤਮ ਕਰਨਾ, ਇਸ ਵੱਲ ਪੂਰਾ ਧਿਆਨ ਦੇਣਾ। ਪੰਜਾਬੀ ਦਾ ਹਰ ਅੱਖਰ ਇੱਕ ਵਿਸ਼ੇਸ਼ ਵਰਗ ਵਿੱਚ ਰੱਖਿਆ ਜਾਂਦਾ ਹੈ। ਅੱਖਰਾਂ ਦੀ ਬਣਤਰ 3-3, 4-4 ਅੱਖਰਾਂ ਦੀ ਬਣਤਰ ਥੋੜੀ ਥੋੜੀ ਮਿਲਦੀ ਹੈ, ਇਸ ਲਈ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ। ਅੱਖਰਾਂ ਦੀ ਬਣਤਰ ਅਨੁਸਾਰ ਹੀ ਕੋਣ, ਗਲਾਈਆਂ ਤੇ ਮੋੜ ਪਾਏ ਜਾਣ, ਜ਼ਿਆਦਾ ਨੁਕਰਾਂ ਨਾ ਕੱਢੀਆਂ ਜਾਣ। ਕਈ ਵਾਰ ਵਿਦਿਆਰਥੀ ਸੁੰਦਰ ਲਿਖਾਈ ਲਿਖਣ ਦੇ ਚੱਕਰ ਵਿੱਚ ਜ਼ਿਆਦਾ ਨੁਕਰਾਂ ਕੱਢਦੇ ਆ, ਚੌਰਸ ਜ਼ਿਆਦਾ ਬਣਾ ਦਿੰਦੇ ਨੇ, ਤਿੱਖੇ ਕਰ ਦਿੰਦੇ ਨੇ। ਨਹੀਂ, ਸਾਨੂੰ ਉਹਨਾਂ ਨਾਲ ਧਿਆਨ ਦੇਣਾ ਚਾਹੀਦਾ ਹੈ। ਇਹ ਕਿਸ ਤਰ੍ਹਾਂ ਹੋਏਗਾ ਕਿ ਜਦੋਂ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਜਾਂ ਘਰ ਵਿੱਚ ਬੈਠੇ ਹੋਏ ਹਾਂ, ਕਿਸੇ ਕਿਤਾਬ ਨੂੰ, ਅਖਬਾਰ ਨੂੰ ਦੇਖਦੇ ਹਾਂ, ਟਾਈਟਲ ਨੂੰ ਦੇਖਦੇ ਹਾਂ, ਬਾਹਰ ਬੋਰਡ ਲੱਗੇ ਹੁੰਦੇ ਨੇ ਉਹਨਾਂ ਨੂੰ ਦੇਖਦੇ ਹਾਂ, ਤਾਂ ਉਹਨਾਂ ਉੱਤੇ ਜਿਹੜੇ ਅੱਖਰ ਲਿਖੇ ਆ ਸਾਨੂੰ ਬੜੇ ਧਿਆਨ ਨਾਲ ਦੇਖਣੇ ਚਾਹੀਦੇ। ਅਸੀਂ ਚਲਵੀਂ ਨਿਗਾਹ ਮਾਰ ਕੇ ਲੰਘ ਜਾਂਦੇ। ਜਦੋਂ ਅਸੀਂ ਉਹਨਾਂ ਅੱਖਰਾਂ ਨੂੰ ਦੇਖਾਂਗੇ, ਆਪਣੇ ਮਨ ਵਿੱਚ ਵਸਾਵਾਂਗੇ, ਤਾਂ ਸਾਨੂੰ ਪਤਾ ਲੱਗੇਗਾ ਸੱਸਾ ਕਿਵੇਂ ਪਾਇਆ, ਆੜਾ ਕਿਵੇਂ ਪਾਇਆ, ਈੜੀ ਦੀ ਗੁਲਾਈ ਕਿੱਥੇ ਹੈ, ਹਾ ਨੁਕਰਾਂ ਨਹੀਂ, ਕਿੱਥੋਂ ਕਿੱਥੋਂ ਗੋਲ ਆ, ਕਿੱਥੋਂ ਕਿੱਥੋਂ ਸਿੱਧਾ, ਕੱਕੇ ਦੀ ਗੁਲਾਈ ਕਿੰਨੀ ਵੱਡੀ ਹੈ, ਰਾਰੇ ਨੂੰ ਅਸੀਂ ਕਿਸ ਤਰ੍ਹਾਂ ਚੌਰਸ ਪਾਉਣਾ, ਵਾਵੇ ਨੂੰ ਪਾਉਂਦੇ ਹੋਏ ਅਸੀਂ ਉਸ ਦੀ ਬਣਤਰ ਨੂੰ, ਲਾਵਾਂ, ਸਿਹਾਰੀਆਂ, ਬਿਹਾਰੀਆਂ ਜਿਹੜੀਆਂ ਲਗਾ ਮਾਤਰਾ ਨੇ ਉਹ ਕਿਸ ਤਰ੍ਹਾਂ ਗਲਾਈ 'ਚ ਨੇ ਤੇ ਕਿੰਨੀਆਂ ਕੁ, ਇਸ ਗੱਲ ਵੱਲ ਅਸੀਂ ਧਿਆਨ ਦੇਣਾ ਹੁੰਦਾ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਲਵਾਂਗੇ ਤਾਂ ਫਿਰ ਅਸੀਂ ਵਾਕ ਲਿਖਦੇ ਸਮੇਂ ਸ਼ੁਰੂ ਤੋਂ ਅੰਤ ਤੱਕ ਸਾਡੀ ਨਜ਼ਰ ਇੱਕ ਸਿੱਧੀ ਰੇਖਾ ਬਣ ਜਾਏਗੀ। ਇਸ ਤਰ੍ਹਾਂ ਕਰਨ ਨਾਲ ਸਾਡਾ ਹੱਥ ਉਸ ਨਜ਼ਰ ਵਾਲੀ ਰੇਖਾ ਵਾਂਗ ਹੀ ਚੱਲੇਗਾ ਤੇ ਸਾਡੀ ਜਿਹੜੀ ਅੱਖਰਾਂ ਦੀ ਬਣਤਰ ਉੱਤੇ ਤੁਰਦੀ ਜਾਏਗੀ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਲਿਖਣ ਲੱਗਣਾ ਤਾਂ ਸਾਡੇ ਕੋਲ ਲਿਖਣ ਵਾਲੀ ਸਮੱਗਰੀ ਸਹੀ ਮਾਤਰਾ 'ਚ ਹੋਵੇ। ਭਾਵ ਜੇ ਸਾਡੇ ਕੋਲ ਪੈਨ ਜਾਂ ਪੈਨਸਲ ਆ, ਪੈਨਸਲ ਤਿੱਖੀ ਘੜੀ ਹੋਵੇ, ਪੈਨ ਉਸ ਵਿੱਚ ਜਿਹੜੀ ਆ ਸਿਹਾਈ ਆ ਉਹ ਪੂਰੀ ਹੋਵੇ। ਇਹ ਨਾ ਹੋਵੇ ਕਿ ਰੁਕ ਰੁਕ ਕੇ ਚੱਲਦਾ ਹੋਵੇ। ਜੇ ਕਲਮ ਆ ਤਾਂ ਉਹ ਸਹੀ ਤਰੀਕੇ ਦੀ ਹੋਵੇ। ਕਾਗਜ਼ ਸਾਡੇ ਕੋਲ ਸਾਫ਼ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੇ ਲਿਖਣ ਦੇ ਵੇਲੇ ਅਸੀਂ ਕਿਸ ਤਰ੍ਹਾਂ ਬੈਠਣਾ, ਆਪਾਂ ਇਹਦੇ ਬਾਰੇ ਵੀ ਗੱਲ ਕਰੀਏ। ਲਿਖਣ ਸਮੇਂ ਹਮੇਸ਼ਾ ਸਿੱਧੇ ਬੈਠਣਾ ਤੇ ਢੁਕਵੀਂ ਜਗ੍ਹਾ ਤੇ ਫੱਟਾ ਜਾਂ ਕਾਪੀ ਰੱਖਣੀ ਆ, ਜਿਸ ਦੀ ਸਾਡੀ ਅੱਖ ਤੋਂ ਜਿਹੜੀ ਆ ਦੂਰੀ, ਜੇ ਆਪਾਂ ਮਿਣੀਏ 1.5 ਗਿੱਟ 26 ਤੋਂ 35 ਸੈਂਟੀਮੀਟਰ ਦੇ ਵਿਚਾਲੇ, ਤੇ ਜਿਹੜੀ ਉਹਦੇ ਲਈ ਰੋਸ਼ਨੀ ਆ ਜਿੱਥੇ ਅਸੀਂ ਲਿਖ ਰਹੇ ਹਾਂ ਉਹ ਸਿੱਧੀ ਸਪਸ਼ਟ ਪੈਂਦੀ ਹੋਵੇ। ਸਾਨੂੰ ਲਿਖਣ ਸਮੇਂ ਜਿੱਥੇ ਲਿਖਣਾ ਉਹ ਤੇ ਰੋਸ਼ਨੀ ਪੈਣੀ ਬੜੀ ਜ਼ਰੂਰੀ ਹੈ। ਫਿਰ ਅਸੀਂ ਜਦੋਂ ਲਿਖਦੇ ਹਾਂ ਤਾਂ ਅਸੀਂ ਕਾਪੀ ਜਾਂ ਕਾਗਜ਼ ਨੂੰ ਘੁਮਾ ਦਿੰਦੇ ਹਾਂ। ਜੇ ਅਸੀਂ ਸਾਹਮਣੇ ਮੇਜ਼ ਤੇ ਬੈਠੇ ਹੋਏ ਹਾਂ, ਮੇਜ਼ ਸਾਡੇ ਸਾਹਮਣੇ ਆ, ਤਾਂ ਸਾਡਾ ਜਿਹੜਾ ਕਾਗਜ਼ ਆ ਉਸ ਨੂੰ ਅਸੀਂ ਥੋੜਾ ਜਿਹਾ ਟੇਢਾ ਰੱਖਣਾ ਕਿ ਮੇਜ਼ ਦੀ ਬਾਹੀ ਤੇ ਕਾਗਜ਼ ਦੇ ਵਿੱਚ 30 ਤੋਂ 40 ਡਿਗਰੀ ਦਾ ਕੋਣ ਬਣੇ। ਥੋੜਾ ਜਿਹਾ ਟੇਢਾ ਰੱਖ ਕੇ ਅਸੀਂ ਉਹਨੂੰ ਲਿਖਣਾ। ਤੇ ਜਿਹੜੀ ਕਲਮ ਆ ਜਾਂ ਪੈਨ ਆ, ਪੈਨਸਲ ਆ, ਇਹ ਅਸੀਂ ਜਿਹੜੀ ਲਿਖਣੀ ਹੈ ਵੇਲੇ ਰੱਖਣੀ ਆ, ਇਹ ਜਿਹੜੇ ਹਾਸ਼ੀਏ ਲਾਏ ਹੁੰਦੇ ਉਸ ਅਨੁਸਾਰ 90 ਡਿਗਰੀ ਤੇ ਚੱਲੇ। ਇੱਕ ਗੱਲ ਦਾ ਹੋਰ ਖਿਆਲ ਰੱਖਣਾ ਕਿ ਸਾਡੀ ਕਲਮ ਜਾਂ ਪੈਨਸਲ ਜਾਂ ਪੈਨ ਉਹ ਤਿੱਖੀ ਨੁੱਕਰ ਵਾਲਾ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਗਲਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਸਾਡੀਆਂ ਉਂਗਲਾਂ ਦੇ ਵਿੱਚ ਘੁੰਮਦਾ ਰਹੇ। ਜਦੋਂ ਅਸੀਂ ਛੋਟੇ ਬੱਚਿਆਂ ਨੂੰ 6 ਪਹਿਲੂ ਵਾਲੀ ਪੈਨਸਲ ਜਾਂ ਪਲਾਸਟਿਕ ਦੇ ਕਰੜੇ ਸਖਤ ਪੈਨ ਫੜਾ ਦਿੰਦੇ ਆ ਤਾਂ ਸਾਡੇ ਬੱਚਿਆਂ ਦੀਆਂ ਕੋਮਲ ਜਿਹੜੀਆਂ ਉਂਗਲਾਂ ਦੀਆਂ ਮਾਸਪੇਸ਼ੀਆਂ ਉਹਨਾਂ ਵਿੱਚ ਅਕੜਾ ਜਾਂਦਾ, ਉਹਨਾਂ ਦੀ ਲਿਖਾਈ ਵਿਗੜ ਜਾਂਦੀ ਹੈ। ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ। ਲਿਖਣ ਤੋਂ ਪਹਿਲਾਂ ਸਾਨੂੰ ਕੁਝ ਅਭਿਆਸ ਕੀ ਕਰਨਾ ਚਾਹੀਦਾ ਕਿ ਸਾਨੂੰ ਸਭ ਤੋਂ ਪਹਿਲਾਂ 4-5 ਸਫ਼ੇ ਵਿੰਗੀਆਂ ਟੇਢੀਆਂ ਲੈਣਾ ਦੇ ਭਰ ਦੇਣੇ ਚਾਹੀਦੇ ਆ। ਇਸ ਤਰ੍ਹਾਂ ਕਰਨ ਨਾਲ ਅਸੀਂ ਜੋ ਵਿੰਗੀਆਂ ਟੇਢੀਆਂ ਲਾਵਾਂਗੇ ਸਾਡੇ ਹੱਥਾਂ ਦੇ ਵਿੱਚ ਰਵਾਨੀ ਆ ਜਾਏਗੀ। ਦੂਸਰੀ ਗੱਲ, ਸਾਡਾ ਪੈਨ ਜਾਂ ਪੈਨਸਲ ਨੂੰ ਬਾਹਲੀ ਤੇਜ਼ ਪਕੜ ਦੇ ਵਿੱਚ ਨਹੀਂ ਘੁਮਾਉਣਾ ਚਾਹੀਦਾ ਤੇ ਉਹਨੂੰ ਕੱਸ ਕੇ ਨਹੀਂ ਫੜਨਾ ਚਾਹੀਦਾ। ਤੀਸਰੀ ਗੱਲ, ਕਲਮ ਪੈਨਸਲ ਨੂੰ ਪਕੜਨ ਸਮੇਂ ਨੋਕ ਤੋਂ ਉਂਗਲ ਤੇ ਅੰਗੂਠੇ ਦੂਰੀ ਜਾਂ ਕਲਮ ਵੀ ਥੱਲਿਓਂ ਉਹਦੇ ਸਿੱਕੇ ਤੋਂ ਦੂਰੀ 1 ਤੋਂ 2 ਸੈਂਟੀਮੀਟਰ ਉੱਚੀ ਹੋਵੇ। ਕਾਗਜ਼ ਦੇ ਜਮਾਂ ਬਿਲਕੁਲ ਨਾਲ ਨਹੀਂ ਰੱਖਣਾ। ਲਿਖਦੇ ਸਮੇਂ ਇੱਕ ਹੋਰ ਖਿਆਲ ਰੱਖਣਾ ਕਿ ਸਾਡੇ ਕੂਹਣੀ ਦੇ ਪਿਛਲੇ ਪਾਸੇ ਕੋਈ ਚੀਜ਼ ਅਜਿਹੀ ਨਾ ਹੋਵੇ ਜਿਸ ਨਾਲ ਸਾਡੀ ਕੂਹਣੀ ਰਗੜੀ ਜਾਵੇ, ਅੜੇ ਤੇ ਸਾਡੇ ਲਿਖਣ ਵਿੱਚ ਅੜਿੱਕਾ ਬਣੇ। ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਘੱਟੋ ਘੱਟ 2 ਸਫ਼ੇ ਬਿਲਕੁਲ ਸਿੱਧੀਆਂ ਤੇ ਲੇਟਵੀਆਂ ਲਾਈਨਾਂ ਦੇ ਉਹ ਲਾਵਾਂਗੇ ਜਿਹੜੀਆਂ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਣ। ਇਸ ਤਰ੍ਹਾਂ ਸਾਨੂੰ ਅੱਖਰ ਦੀ ਸਹੀ ਬਣਤਰ ਲਿਖਣੀ ਆ ਜਾਏ। ਅੱਖਰ ਲਿਖਦੇ ਸਮੇਂ ਪੰਜਾਬੀ ਦੇ ਇਹ ਖਿਆਲ ਰੱਖਣਾ ਕਿ ਅੱਖਰ ਨੂੰ ਹੇਠਾਂ ਨੂੰ ਲਮਕਾਉਣ ਦੀ ਥਾਂ ਤੇ ਸਾਈਡਾਂ ਨੂੰ, ਪਾਸਿਆਂ ਨੂੰ ਜ਼ਿਆਦਾ ਚੌੜੇ ਕੀਤੇ ਜਾਣ ਤਾਂ ਕਿ ਹੇਠਲੀ ਲਾਈਨ ਵਿੱਚ ਲਿਖੇ ਅੱਖਰਾਂ ਦੀਆਂ ਸਿਹਾਰੀਆਂ, ਬਿਹਾਰੀਆਂ, ਔਂਕੜ, ਦਲੈਂਕੜ ਉਹਨਾਂ ਦੇ ਨਾਲ ਨਾ ਲੱਗੇ ਤੇ ਅੱਖਰ ਨੂੰ ਕੋਸ਼ਿਸ਼ ਕਰੋ ਕਿ ਇਸ ਨੂੰ ਅੱਧ ਤੱਕ ਹੀ ਪਹੁੰਚੇ।
ਗੁਰਮੁਖੀ ਅੱਖਰਾਂ ਦੀ ਜੇਕਰ ਇਹ ਮੰਤਰ ਸਹੀ ਲਿਖਣੀ ਆ ਤਾਂ ਸਾਨੂੰ ਦੂਰੀ ਲਾਈਨ ਨੂੰ ਲਾਉਣ ਤੋਂ ਬਚਣਾ ਪਏਗਾ। ਵਾਰ-ਵਾਰ ਹੱਥ ਚੁੱਕ ਕੇ ਸੋਹਣੇ ਤਰੀਕੇ ਨਾਲ ਲਿਖੀਏ। ਜਿਵੇਂ ਜਿਵੇਂ ਅਸੀਂ ਅਭਿਆਸ ਕਰਾਂਗੇ ਸਾਡੀ ਲਿਖਾਈ ਸੁੰਦਰ ਬਣਦੀ ਜਾਊਗੀ। ਆਪਾਂ ਇਹ ਲਿਖਾਈ ਨੂੰ ਹੋਰ ਸੁੰਦਰ ਬਣਾਉਣ ਲਈ ਅਭਿਆਸ ਕਰਨਾ ਹੈ। ਇਸ ਲਈ ਸਾਨੂੰ ਬਾਰ-ਬਾਰ ਅੱਖਰਾਂ ਦੀ ਬਣਤਰ ਤੇ ਲਗਾ ਮਾਤਰਾ ਇਹਨਾਂ ਦੀਆਂ ਬਣਤਰਾਂ ਨੂੰ ਦੇਖਣਾ ਬਣਦਾ ਹੈ। ਜਦੋਂ ਅਸੀਂ ਘਰ ਵਿੱਚ ਲਿਖੀਆਂ ਹੋਈਆਂ ਕੋਈ ਚੀਜ਼ਾਂ ਦੇਖਾਂਗੇ, ਪੇਂਟਰਾਂ ਦੁਆਰਾ ਲਿਖੇ ਬੋਰਡ ਆ, ਅਖਬਾਰ ਆ, ਫਲੈਕਸ ਬੋਰਡ ਨੇ, ਕਿਤਾਬਾਂ ਦੇ ਹੈਡਿੰਗ ਨੇ, ਇਹਨਾਂ ਨੂੰ ਜਾਂ ਆਪਣੀਆਂ ਪਾਠ ਪੁਸਤਕਾਂ ਨੂੰ ਦੇਖਾਂਗੇ ਤਾਂ ਸਾਡੇ ਮਨ ਵਿੱਚ ਅੱਖਰਾਂ ਦੀ ਬਣਤਰ ਬਹਿ ਜਾਵੇਗੀ ਤੇ ਸਾਡੀ ਲਿਖਾਈ ਲਈ ਉਹ ਬਹੁਤ ਸਹਾਇਕ ਸਿੱਧ ਹੋਵੇਗੀ। ਮੈਨੂੰ ਉਮੀਦ ਆ ਤੁਸੀਂ ਇਹਨਾਂ ਗੱਲਾਂ ਵੱਲ ਪੂਰਾ ਧਿਆਨ ਦਿਓਗੇ, ਆਪਣੀ ਮਾਂ ਬੋਲੀ ਨਾਲ ਪਿਆਰ ਕਰੋਗੇ ਤੇ ਆਪਣੀ ਲਿਖਾਈ ਨੂੰ ਜ਼ਰੂਰ ਸੁਧਾਰੋਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।